ਪ੍ਰੋਗਰਾਮ ਦੇ ਵਿੱਚ ਤੁਹਾਡਾ ਹਾਰਦਿਕ ਸਵਾਗਤ ਹੈ। ਕਰੋਨਾ ਵਾਇਰਸ ਨੇ ਦੁਨੀਆ ਭਰ ਦੇ ਵਿੱਚ ਲੋਕਾਂ ਦੀ ਤਰਜ਼ੇ ਜ਼ਿੰਦਗੀ ਬਦਲ ਦਿੱਤੀ ਹੈ। ਅਮਰੀਕਾ ਵਰਗਾ ਮੁਲਕ ਅਜੇ ਇਹ ਅੰਦਾਜ਼ਾ ਨਹੀਂ ਲਗਾ ਪਾ ਰਿਹਾ ਕਿ ਇਹਨਾਂ ਨੇ ਆਪਣੇ ਅਰਥਚਾਰੇ ਨੂੰ ਕਿਵੇਂ ਖੋਲ੍ਹਣਾ ਹੈ ਅਤੇ ਲੋਕਾਂ ਦੇ ਮੌਤਾਂ ਦੀ ਗਿਣਤੀ ਕਿੰਨੀ ਹੋਵੇਗੀ। ਬੇਸ਼ੱਕ ਕਈ ਦਵਾਈਆਂ ਸਾਹਮਣੇ ਆ ਰਹੀਆਂ ਨੇ, ਪਰ ਅਜੇ ਇਹਦੀ ਵੈਕਸੀਨ ਮਿਲਦੀ ਨਜ਼ਰ ਨਹੀਂ ਆਉਂਦੀ। ਹੁਣ ਜਦੋਂ ਲੋਕ ਆਪਣੇ ਘਰਾਂ ਵਿੱਚੋਂ ਨਿਕਲ ਕੇ ਆਪਣੇ ਕੰਮਾਂ 'ਤੇ ਜਾਣਾ ਚਾਹੁੰਦੇ ਨੇ, ਤਾਂ ਕੀ ਇੱਥੋਂ ਦਾ ਅਰਥਚਾਰਾ ਮੁੜ ਲੀਹ 'ਤੇ ਆ ਜਾਵੇਗਾ? ਅਜੇ ਪਿਛਲੇ ਰਿਸੈਸ਼ਨ ਦੇ ਵਿੱਚੋਂ ਨਿਕਲਿਆ ਹੋਇਆ ਅਮਰੀਕਾ ਹੁਣ ਦੁਬਾਰਾ ਫਿਰ ਇੱਕ ਵੱਡੀ ਆਰਥਿਕਤਾ ਦੀ ਮਾਰ ਹੇਠ ਹੈ। ਇਸ ਦੇ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਨੇ ਪੁਨੀਤ ਆਹਲੂਵਾਲੀਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਪੁਨੀਤ ਆਹਲੂਵਾਲੀਆ ਤੋਂ ਸਾਡੇ ਦਰਸ਼ਕ ਭਲੀਭਾਂਤ ਜਾਣਦੇ ਨੇ। ਪੁਨੀਤ ਜੀ ਰਿਪਬਲਿਕਨ ਲੀਡਰ ਨੇ, ਕਾਰੋਬਾਰੀ ਤੌਰ 'ਤੇ ਇੱਥੇ ਕੰਸਲਟੈਂਟ ਵੀ ਨੇ ਅਤੇ ਆਪਣੇ ਕਾਰੋਬਾਰ ਕਰਦੇ ਨੇ। ਪੁਨੀਤ ਜੀ, ਕਾਫੀ ਵੱਡੀ ਇਹ ਸੰਕਟ ਦੀ ਘੜੀ ਹੈ। ਬਿਲਕੁਲ। ਅਜੇ ਵੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਦਿੱਤੇ ਅੰਕੜੇ ਨੇ, ਉਹਨਾਂ ਦੇ ਵਿੱਚ ਬਦਲ ਆ ਰਿਹਾ ਹੈ। 1.25 ਲੱਖ, 2,40,000। ਸਭ ਤੋਂ ਵੱਡੀ ਗੱਲ ਜਿਹੜੀ ਉਹ ਇਸ ਵੇਲੇ ਹੈਗੀ ਆ ਕਿ ਇੱਥੋਂ ਦੀ ਇਕੋਨਮੀ ਦਾ ਕੀ ਬਣੇਗਾ। ਕਿਸ ਤਰ੍ਹਾਂ ਲੋਕ ਹੁਣ ਦੁਬਾਰਾ ਆਪਣੇ ਆਪ ਨੂੰ ਲੀਹ 'ਤੇ ਲੈ ਕੇ ਆਉਣਗੇ? ਭਾਜੀ, ਫਰਸਟ ਥਿੰਗ ਇਜ਼ ਕਿ ਜਿਹੜੇ ਸਾਰੇ PTC ਦਰਸ਼ਕ ਹੈ, ਹੂ ਐਵਰ ਇਸ ਕਰੋਨਾ ਵਾਇਰਸ ਨਾਲ ਪੀੜਤ ਹੈਗੇ ਜਾਂ ਹੈਵ ਲੋਸਟ ਫੈਮਿਲੀ ਮੈਂਬਰ, ਮਾਈ ਕੰਡੋਲੈਂਸਿਸ ਟੂ ਦੈਮ। ਇਹ ਬੜਾ ਚੈਲੰਜਿੰਗ ਟਾਈਮ ਹੈ ਐਂਡ ਆਈ ਫਰਸਟ ਥਿੰਗ ਇਜ਼ ਬਲੇਮ ਚਾਈਨਾ ਫॉर ਨਾਟ ਬੀਇੰਗ ਓਨੈਸਟ। ਉਹਨਾਂ ਨੇ ਸਾਡੇ ਨਾਲ ਸਿੱਧੀ ਗੱਲ ਨਹੀਂ ਕੀਤੀ, ਸਾਨੂੰ ਦੱਸਿਆ ਨਹੀਂ। ਅਦਰਵਾਈਜ਼ ਜਿਹੜੀਆਂ ਮੌਤਾਂ ਹੋਈਆਂ ਨਾਟ ਓਨਲੀ ਇਨ ਦ ਯੂਨਾਈਟਿਡ ਸਟੇਟਸ ਬਟ ਇਨ ਡਿਫਰੈਂਟ ਪਾਰਟਸ ਆਫ ਦ ਵਰਲਡ, ਇਟਲੀ, Spain, France and including United States could have been mitigated, ਘੱਟ ਹੋ ਸਕਦੀਆਂ ਸੀ। ਬਟ ਇਹ ਹੈਗਾ ਕਿ ਹੁਣ the world has seen the true picture of China. And plus at the same time they have seen the leadership of Trump and Prime Minister Modi and of course Punjab ਦੇ Chief Minister ਸਾਹਿਬ, ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ, ਅਮਰਿੰਦਰ ਸਿੰਘ ਜੀ ਕੈਪਟਨ ਸਾਹਿਬ ਨੇ। So they've seen the leadership evolve in this during challenging times. But the biggest challenging and the leaders are ਜਿਹੜੇ small business community ਦੇ leaders ਹੈਗੇ ਹੈ, business ਜਿਹੜੇ ਚਲਾ ਰਹੇ ਹੈਗੇ ਹੈ। And I also want to say ਦੇ ਜਿਹੜੇ ਸਾਡੇ ਗੁਰਦੁਆਰਿਆਂ 'ਚ ਜਾਂਦੇ ਹੈਗੇ leadership ਉਹਨਾਂ ਦੀ, ਕਿ ਉਹਨਾਂ ਨੇ ਕਿੱਦਾਂ ਆਪਣੇ ਆਪ ਨੂੰ putting themselves on harm's way, they have put and did seva. And biggest kudos to doctors and nurses, police officers, all these people ਜਿਹੜਾ ਨੇ ਆਪਣੀ ਜਾਨ ਹਥੇਲੀ 'ਤੇ ਰੱਖ ਕੇ ਸਾਡੀ ਸੇਵਾ ਕੀਤੀ ਔਰ ਸਾਨੂੰ ਕਿਹਾ ਕਿ ਬਸ ਤੁਸੀਂ ਅੰਦਰ ਹੀ ਡਕੇ ਰਹੋ, ਬਾਹਰ ਨਾ ਜਾਓ। And that's the reason I think the true character of human being has come out, where you have seen, ਤੁਸੀਂ ਦੇਖਿਆ ਲੋਕਾਂ ਕੋਲ compassion ਹੈਗਾ, caring ਹੈਗੀ ਹੈ, needy ਹੈਗੀ ਹੈ। And at the same time now as we come out of this challenge, ਸਭ ਤੋਂ ਪਹਿਲੇ ਕਿ ਅਸੀਂ ਆਪਣੇ ਆਪ ਨੂੰ ਕਿੱਦਾਂ ਫੇਰ ਦੀ ਖੜੇ ਕਰਨਾ ਹੈ। ਤੁਹਾਡਾ ਗੱਲ ਬਿਲਕੁਲ ਸਹੀ ਸੀ ਕਿ ਸਾਡਾ ਇੱਕ ਰਿਸੈਸ਼ਨ ਖਤਮ ਹੋਇਆ ਨਹੀਂ ਸੀ 2007 and 8 and 9, ਜਿਹਦੀ ਮੈਂ ਭਲੀ ਬਾਤੀ I had suffered in that. But now I think we need strong leadership who can deliver us that success and a strong economy. I think President Trump can do a phenomenal job on that. And that's the reason his re-election is ਉਹਦਾ ਦੀ ਬਹੁਤ ਜ਼ਰੂਰਤ ਹੈਗੀ ਹੈ to get him re-elected, to make sure that we are strong on economy and we are strong on reviving the businesses. ਜਿਹੜੇ ਸਾਰੇ ਬਿਜ਼ਨਸ ਜਿਹੜੇ ਹਾਲੇ ਪਰੇਸ਼ਾਨ ਹੈਗੇ ਆ, I can understand ਕਿ ਲੋਕਾਂ ਨੂੰ payroll ਪ੍ਰੋਬਲਮ ਹੋ ਰਹੀ ਹੈ, ਇੰਸ਼ੋਰੈਂਸ ਦੀ ਪ੍ਰੋਬਲਮ ਹੋ ਰਹੀ ਹੈ, ਐਂਡ ਉਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਰੈਂਟ ਕਿੱਦਾਂ ਦੇਣਾ ਹੈਗਾ, ਔਰ ਜਿਹੜੀ ਉਹਨਾਂ ਦੀ ਪਹਿਲੀ ਦੀ ਚੱਕੀ ਚੱਲ ਰਹੀ ਸੀ ਪੈਸੇ ਦੀ, ਉਹ ਕਿੱਦਾਂ ਅਸੀਂ ਪੂਰੀ ਕਰਾਂਗੇ। ਸੋ ਦੇਰ ਇਜ਼ ਅ ਲੋਟ ਆਫ ਥਿੰਗਸ ਦੈਟ ਵੀ ਨੀਡ ਟੂ ਡੂ ਐਂਡ ਵੀ ਵਿਲ ਡਿਸਕਸ ਇਨ ਯੂਰ ਕਨਵਰਸੇਸ਼ਨ ਇਨ ਦਿਸ ਪ੍ਰੋਗਰਾਮ। ਤੁਸੀਂ ਹੁਣੇ ਗੱਲ ਕੀਤੀ ਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਨੇ, ਉਹਨਾਂ ਦੀ ਲੀਡਰਸ਼ਿਪ ਦੇ ਨਾਲ ਇਹ ਸਾਰਾ ਕੁਝ ਦੇਖਿਆ ਜਾ ਸਕਦਾ। ਤੁਸੀਂ ਚਾਈਨਾ ਦੀ ਵੀ ਗੱਲ ਕੀਤੀ ਹੈ। ਨੋ ਡਾਊਟ ਐਟ ਆਲ ਅਬਾਊਟ ਇਟ ਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹਦੇ ਬਾਰੇ ਬੜੀ ਕਲੀਅਰ ਗੱਲਾਂ ਕੀਤੀਆਂ ਨੇ ਕਿ ਚਾਈਨਾ ਦਾ ਕਸੂਰ ਹੈ। ਬਿਲਕੁਲ ਜੀ। ਪਰ ਐਟ ਦਾ ਸੇਮ ਟਾਈਮ ਮੁੱਢਲੇ ਦਿਨਾਂ ਦੇ ਵਿੱਚ ਉਹਨਾਂ ਨੇ ਇਹ ਵੀ ਗੱਲਾਂ ਕੀਤੀਆਂ ਸੀ ਕਿ ਚਾਈਨਾ ਨੇ ਠੀਕ ਕੀਤਾ ਹੈ ਜਿਸ ਤਰ੍ਹਾਂ ਦਾ ਉਹਨਾਂ ਦਾ ਪਹਿਲੋਂ ਮੁੱਢਲੇ ਦਿਨਾਂ ਦੇ ਵਿੱਚ ਸੀਗਾ, ਬਿਫੋਰ ਕਿ ਉਹਨਾਂ ਨੇ ਜਦੋਂ ਇਹਦੇ 'ਤੇ ਇਹ ਸਾਰਾ ਬੰਦ ਕੀਤਾ ਚਾਈਨਾ ਤੋਂ। ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਵੇਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਨੇ ਉਹ ਇਸ ਗੱਲ ਨੂੰ, ਹੁਣ ਕਿਹੜੀ ਚੀਜ਼ ਉਹਨਾਂ ਦੇ ਕੋਲ ਹੈਗੀ ਆ? ਚਾਈਨਾ ਤਾਂ ਇੰਨਾ PPE ਦਾ ਸਮਾਨ ਉਹਨਾਂ ਨੇ ਵਰਲਡ ਵਾਈਡ ਵੇਚਿਆ, ਇਕੋਨਮੀ ਵਾਈਜ਼ ਵੀ ਉਹ ਸਟਰੋਂਗ ਹੋ ਗਏ। ਸੋ ਹਾਊ ਯੂ ਸੀ ਦਿਸ? ਭਾਜੀ, ਇੱਕ ਚੀਜ਼ ਹੈ ਕਿ ਇਫ ਯੂ ਨੋ ਪ੍ਰੈਜ਼ੀਡੈਂਟ ਟਰੰਪ, ਉਹ ਬੜੇ ਅਸਟੂਟ ਬਿਜ਼ਨਸਮੈਨ ਹੈਗੇ। ਇੱਕ ਪਾਸੇ ਤੇ ਉਹ ਕहेंगे ਕਿ ਚਾਈਨਾ ਮੇਰਾ ਫਰੈਂਡ ਹੈ, ਉਹਨੂੰ ਕੁੱਟ ਵੀ ਦੇਣਗੇ, ਉਹਦੇ ਬਾਅਦ ਉਹਨੂੰ ਕहेंगे ਨਹੀਂ ਯਾਰ ਤੂੰ ਮੇਰਾ ਦੋਸਤ ਵੀ ਹੈਗਾ। ਬਟ ਐਟ ਦ ਸੇਮ ਟਾਈਮ ਆਰ ਸਟੇਟ ਡਿਪਾਰਟਮੈਂਟ ਐਂਡ ਸੈਕਟਰੀ ਪੰਪੇਓ, ਉਹਨਾਂ ਦੀ ਤੁਸੀਂ ਟਵੀਟਸ ਪੜ੍ਹੋ, ਐਵਰੀ ਡੇ ਹੀ ਇਜ਼ ਹੋਲਡਿੰਗ ਚਾਈਨਾ ਰਿਸਪੋਂਸੀਬਲ। ਉਹਨਾਂ ਨੇ ਕੱਲ੍ਹ ਵੀ ਬੋਲਿਆ ਸੀ ਕਿ ਇਹਨਾਂ ਨੇ ਸਾਨੂੰ ਉਹਦਾ ਸੈਂਪਲ ਨਹੀਂ ਦਿੱਤਾ ਜਿੱਥੇ ਵੂਹਾਨ ਕ੍ਰਾਈਸਿਸ ਹੋਏਗੇ, ਸੋ ਦੈਟ ਵੀ ਕੈਨ ਫਾਈਂਡ ਅ ਕਿਉਰ ਟੂ ਦੈਟ ਡਿਜ਼ੀਜ਼। ਸੋ
this is part of the politics which is played in Washington and the world over. But I think where there is a crisis, there is always an opportunity. I think the ਹਾਲੇ ਜਿਹੜੀ opportunity ਹੈ it's with people of India. But ਸਭ ਤੋਂ ਪਹਿਲੇ ਹੈਗਾ ਕਿ ਆਪਣਾ ਜਿਹੜਾ ਵਾਇਰਸ ਹੈਗਾ ਤੁਸੀਂ ਜਿਹੜਾ ਉਹਨੂੰ ਕੰਟੇਨ ਕਰੋ, ਜਿਹੜੀ ਜਾਨਾਂ ਜਾ ਰਹੀਆਂ ਜਿਹੜੇ people who are in dire needs, find a solution to that. And that is on the leadership both here in the United States and in India and the world over. But I do want to touch a very important subject. ਜਿਹੜੇ ਸਾਡੇ ਸਿੱਖ ਭਰਾ ਹੈਗੇ ਜਿਹੜੇ ਸਾਰੇ ਜਿਹੜੇ ਅਮਰੀਕਨਸ ਹੈਗੇ ਜਿਨ੍ਹਾਂ ਦੇ small to mid size businesses ਹੈਗੇ ਉਹਨਾਂ ਵਾਸਤੇ ਬੜੀ ਮੁਸ਼ਕਿਲ ਦੀ ਘੜੀ ਹੈਗੀ ਹੈ. And you know, ਮੈਂ I've been listening to political debates. I have to commend President Trump because ਉਹਨਾਂ ਨੇ immediately ਇੱਕ 10,000 ਪੈਸੇ ਲੋਕਾਂ ਨੂੰ ਦਿੱਤੇ ਸੀ ਉਹਨਾਂ ਦੇ ਅਕਾਊਂਟ 'ਚ ਕਿ that money should be given to them. Then the PPP money also should be given to them through big banks and small banks. ਤੇ ਮੈਂ ਤੁਹਾਡੇ ਆਪਣੇ ਜਿਹੜੇ ਦਰਸ਼ਕ ਹੈ PTC ਦੇ ਕਿ ਮੈਨੂੰ ਇਹ ਪਤਾ ਹੈ ਕਿ small banks ਨੂੰ ਜਿਨ੍ਹਾਂ ਦੀ $1 billion ਦੀ asset ਹੈਗਾ you can apply for a small business. You have to have an account with them and they will give you the 21,000 of the money that is needed to take care of your payroll. ਸਭ ਤੋਂ ਬੜੀ 1 billion ਦੀ ਜਿਹੜਾ ਵੀ you see every bank is assessed at its certain size. Now if a bank which has a 1 billion in assets, which is not much usually banks no for the banks not ਉਹ ਜ਼ਿਆਦਾ ਨਹੀਂਗਾ ਪਰ not business ਤੁਹਾਡਾ small business ਤੁਸੀਂ ਲਾ ਲਓ ਜਿਹਦਾ ਕੀ ਕਹਿੰਦੇ 7-Eleven ਹੋ ਗਿਆ, ਲਿਕਰ ਸਟੋਰ ਹੋ ਗਿਆ, ਤੁਹਾਡੇ ਗੈਸ ਸਟੇਸ਼ਨ ਹੋ ਗਏ ਜਿਨ੍ਹਾਂ ਦੀ 20-25-30 ਹਜ਼ਾਰ ਦੀ ਪੇਰੋਲ ਹੁੰਦੀ ਹੈਗੀ ਹੈ ਤੁਸੀਂ ਉਹਨਾਂ ਵਾਸਤੇ ਇਹ ਬਹੁਤ ਚੰਗਾ ਪ੍ਰੋਗਰਾਮ ਹੈਗਾ ਕਿ ਤੁਸੀਂ ਸਮਾਲ ਬੈਂਕਰ ਨੂੰ ਜਾ ਕੇ ਗੱਲ ਕਰੋ ਉਹਨੂੰ ਕਹੋ ਵੀ ਯਾਰ ਮੇਰੇ ਵਾਸਤੇ ਮੇਰੀ PPP ਕਰ ਦਿਓ even though the time ਹੋ ਗਿਆ but you can apply for that and you can get relief from the government. That is very much there. Plus at the same time I also want ਕਿ ਵੀ ਤੁਸੀਂ ਹੁਣ ਐਕਟਿਵਲੀ ਪਾਰਟਿਸਿਪੇਟ ਕਰੋ ਆਪਣੇ ਜਿਹੜੇ ਕਾਂਗਰਸਮੈਨ ਹੈ ਤੁਹਾਡੇ ਲੋਕਲ ਡੈਲੀਗੇਟ ਹੈ ਵੀ ਉਹਦੇ ਵੀ ਦਰਵਾਜ਼ੇ ਖੜਕਾਓ. ਸਾਡਾ ਮਤਲਬ ਇਹ ਨਹੀਂ ਕਿ ਅਸੀਂ ਕੰਮ ਕਰੀ ਜਾਈਏ ਤੇ ਟੈਕਸ ਦੇ ਜਾਈਏ ਵੀ ਜਦੋਂ ਸਾਡੀ ਪੀੜਾ ਦੀ ਮੂਵਮੈਂਟ ਆਏ ਕੋਈ ਸੁਣਨ ਨੂੰ ਨਹੀਂ ਹੈਗਾ. ਐਂਡ that has been the problem for the minority community. And Paji, we will find a way to get that solution for the community. And I have to say that through your program, a lot of the people have found what various companies and businesses and NGOs are doing during this crisis time. ਮੈਂ ਇਸੇ ਗੱਲ ਨੂੰ ਜੇ ਅੱਗੇ ਵਧਾ ਕੇ ਦੇਖਣਾ ਤੁਹਾਨੂੰ ਪੁੱਛਣਾ ਚਾਹਾਂ ਕਿ ਪ੍ਰੈਜ਼ੈਂਟ ਸਿਚੁਏਸ਼ਨ ਦੇ ਵਿੱਚ ਜਿਹੜੀ ਇੰਨੀ ਵੱਡੀ ਸੈਟਬੈਕ ਲੱਗੀ ਆ ਜਿਹੜੇ ਰੈਸਟੋਰੈਂਟ ਨੇ 7-Eleven ਜਾਂ ਦੂਜੇ ਜਿਹੜੇ ਨੇ ਹਾਲਾਂਕਿ ਤੁਸੀਂ ਲਿਕਰ ਸਟੋਰਾਂ ਦੀ ਗੱਲ ਕੀਤੀ ਆ ਇਸ ਵੇਲੇ ਵਰਲਡ ਵਾਈਡ ਹੀ ਜੇ ਦੇਖੀਏ ਤੇ ਲਿਕਰ ਸਟੋਰਾਂ ਦੀ ਸੇਲ ਅਪ ਆ. ਬਿਲਕੁਲ ਜੀ. ਜਿਹੜਾ ਜ਼ਿਆਦਾ ਨੁਕਸਾਨ ਹੋਇਆ ਉਹ ਰੈਸਟੋਰੈਂਟ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਬਿਜ਼ਨਸ ਸੀ ਜਿਨ੍ਹਾਂ ਹੋਟਲਾਂ ਤੋਂ ਹੋਇਆ ਹੈ ਹੋਟਲਸ ਜਿਹੜੇ ਦੀ 10% ਆਕਿਊਪੈਂਸੀ ਸੀ ਹੁਣ ਤੁਸੀਂ ਜਿਹੜਾ 55-60% ਆਕਿਊਪੈਂਸੀ ਹੁੰਦੀ ਹੈ ਹੁਣ ਤੁਸੀਂ every day lost by that room 150 rooms or 80 rooms or 300 rooms they've lost that income. ਤੁਸੀਂ ਦੇਖੋ ਕਿ ਜਿਹੜੇ ਸਾਡੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਕੈਬ ਡਰਾਈਵਰ ਨੇ ਵਰਲਡ ਵਾਈਡ ਅਮਰੀਕਾ ਦੇ ਵਿੱਚ ਵੀ. ਸੋ ਹੁਣ ਉਹਨਾਂ ਨੂੰ ਉਸ ਕਿਸਮ ਦਾ ਜਿਹੜਾ ਨਾ ਤਾਂ ਉਹ ਕਿਉਂਕਿ ਸੈਲਫ ਇੰਪਲੋਇਡ ਨੇ ਨਾ ਤਾਂ ਉਹ ਕਰ ਸਕਦੇ ਨੇ. ਹਾਲਾਂਕਿ ਕਈ ਛੋਟੀਆਂ ਚੀਜ਼ਾਂ ਹੈਗੀਆਂ ਨੇ ਮੈਂ ਆਪਣੇ ਦਰਸ਼ਕਾਂ ਨੂੰ ਵੀ ਦੱਸ ਦਿਆਂ ਕਿ ਇਹ ਸਿਰਫ ਕੁਛ ਉਹ ਪੱਖ ਨੇ ਜਿਨ੍ਹਾਂ ਨੂੰ ਅਸੀਂ ਛੂਹਣ ਦੀ ਕੋਸ਼ਿਸ਼ ਕਰ ਰਹੇ ਹਾਂ. ਇਹਨਾਂ ਚੀਜ਼ਾਂ ਲਈ ਤੁਹਾਨੂੰ ਆਪਣੇ ਅਕਾਊਂਟੈਂਟ ਜਾਂ ਅਟਾਰਨੀਜ਼ ਦੇ ਨਾਲ ਗੱਲ ਕਰਨੀ ਪੈਣੀ ਹੈ ਕਿ ਇਹ ਜਿਹੜੀ ਸੈਲਫ ਇੰਪਲੋਇਡ ਜਾਂ ਦੂਜੇ ਲੋਕ ਨੇ ਉਹ ਬੈਨੀਫਿਟ ਕਿਵੇਂ ਲੈ ਸਕਦੇ ਨੇ. ਨਾਟ ਰੋਂਗ ਵੀ ਮੈਨੂੰ ਜੋ ਪਤਾ ਲੱਗਿਆ ਜਿਹੜੇ ਵੀ ਇੰਪਲੋਈ ਸੀ W2 ਵਾਲੇ ਔਰ ਜਿਹੜੇ ਸੈਲਫ ਇੰਪਲੋਇਡ ਵੀ ਸੀ ਕੁਛ ਉਹਨਾਂ ਨੂੰ ਹਰ ਫੈਮਿਲੀ ਮੈਂਬਰ ਨੂੰ $1,000 ਆਇਆ ਤੇ ਬੱਚਿਆਂ ਨੂੰ $500 ਆਇਆ. ਯੈਸ ਉਹ ਤਾਂ ਉਹ ਸਾਰਿਆਂ ਨੂੰ ਹੀ ਆ ਗਿਆ. ਹਾਂ ਸੋ ਦੈਟ ਹੈਜ਼ ਬੀਨ ਅ ਵੈਰੀ ਵੈਰੀ ਗੁੱਡ ਐਂਡ ਵਾਸ ਡਨ ਵੈਰੀ ਕੁਇਕਲੀ. ਬਟ ਆਈ ਥਿੰਕ ਦ ਬਿਗੇਸਟ ਕ੍ਰੀਏਟਰਸ ਆਫ ਜੌਬਸ ਜਿਹੜਾ ਹੈਗਾ ਉਹ ਹੈ ਤੁਹਾਡੇ ਸਮਾਲ ਟੂ ਮਿਡ ਸਾਈਜ਼ ਬਿਜ਼ਨਸਿਸ ਜਿੱਦਾਂ ਤੁਸੀਂ ਗੱਲ ਕੀਤੀ ਸਾਡੇ 7-Eleven ਗੈਸ ਸਟੇਸ਼ਨ ਲਿਕਰ ਸਟੋਰ ਵਾਲੇ ਜਿਹੜੇ ਭਰਾ ਹੈਗੇ ਔਰ ਜਿਨ੍ਹਾਂ ਦੇ ਡਿਫਰੈਂਟ ਚਾਹੇ ਕਿਸੇ ਕੋਈ ਮਕੈਨਿਕ ਦਾ ਕੰਮ ਕਰ ਰਿਹਾ ਕੋਈ ਕਿਸੇ ਦਾ ਕਲੀਨਿੰਗ ਦਾ ਕੰਮ ਹੈ ਕਿਸੇ ਦਾ ਡਿਫਰੈਂਟ ਵੈਰਾਈਟੀ ਆਫ ਬਿਜ਼ਨਸ ਉਹਨਾਂ ਨੂੰ ਪੇਰੋਲ ਰਿਲੀਫ ਦੀ ਲੋੜ ਹੈਗੀ ਹੈ. ਐਂਡ ਆਈ ਹੈਵ ਕਮੈਂਟਡ ਔਨ ਥਿੰਗ ਇਜ਼ that the payroll taxes should be removed till we are able to stand back on our feet because that will be a big relief for the worker. He'll get more money in his hand and even the person who owns a business. He doesn't have to pay a tax to a government. He's paying it for running his business. ਨਾਲੇ ਜਿਹੜਾ ਬੰਦਾ ਜਿਹਨੂੰ ਮਿਲ ਰਿਹਾ ਹੈਗਾ he's keeping it for himself. More money in his hand, which will also revive the economy. Absolutely. ਪਰ ਇੱਕ ਗੱਲ ਮੈਂ ਤੁਹਾਨੂੰ ਪੁੱਛਣੀ ਚਾਹੁੰਦਾ ਹਾਂ ਰਿਪਬਲਿਕਨ ਲੀਡਰ ਤੁਸੀਂ ਇਸ ਵੇਲੇ ਇਲੈਕਸ਼ਨਸ ਆ ਰਹੀਆਂ ਨੇ ਇਹਨਾਂ ਦੇ ਵਿੱਚ ਕਾਫੀ ਸਰਗਰਮ ਹੋ.
ਟਰੰਪ ਪ੍ਰਸ਼ਾਸਨ ਵੱਲੋਂ ਉਹਨਾਂ ਲੋਕਾਂ ਨੂੰ $1000 ਜਾਂ ਉਹ ਪੈਸੇ ਨਹੀਂ ਦਿੱਤੇ ਜਾ ਰਹੇ ਜਿਨ੍ਹਾਂ ਨੇ ਕਿਸੇ ਇਮੀਗ੍ਰੈਂਟ ਦੇ ਨਾਲ ਮੈਰਿਜ ਕਰਵਾਈ ਆ। ਸੋ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਜਿਹੜੇ ਇਮੀਗ੍ਰੈਂਟ ਦੇ ਨਾਲ ਜਿਨ੍ਹਾਂ ਨੇ ਮੈਰਿਜ ਕਰਾਈ ਆ ਉਹਨਾਂ ਨੂੰ ਇਹ ਪੈਸੇ ਨਹੀਂ ਦਿੱਤੇ ਜਾ ਰਹੇ, ਅਮਰੀਕਨ ਸਿਟੀਜ਼ਨ ਨੇ ਕਿਸੇ ਇਮੀਗ੍ਰੈਂਟ ਨਾਲ ਮੈਰਿਜ ਕਰਵਾ ਲਈ। ਇਹ ਬਹੁਤ ਵੱਡਾ ਇਸ ਵੇਲੇ ਚਰਚਾ ਦਾ ਵਿਸ਼ਾ ਹੈ। ਭਾਜੀ ਦੇਖੋ, ਪ੍ਰੈਜ਼ੀਡੈਂਟ ਟਰੰਪ ਹੈਜ਼ ਬੀਨ ਵੈਰੀ ਕਲੀਅਰ ਦੈਟ ਫਰਸਟ ਸਾਨੂੰ ਆਪਣੇ ਜਿਹੜੇ ਸਿਟੀਜ਼ਨਸ ਹੈਗੇ ਹੈ, which all of us, that there's a responsibility towards being a citizen of the country. And that is the reason why I urge all the people is if you're a green card holder or an H1, apply for your green card to become a citizen. ਜਦੋਂ ਤੱਕ ਤੁਸੀਂ ਇਸ ਕੰਟਰੀ ਦੇ ਸਿਟੀਜ਼ਨ ਨਹੀਂ ਹੋਗੇ, they are the ones who vote, they are the ones who desire results and who demand result from people in elected office. ਤੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਹੈ, his first focuses on citizens. And I feel that we are a compassionate country, but there are a lot of NGOs and a lot of other organizations we are helping people. Like Gurdwara ਤੁਸੀਂ ਦੇਖ ਲਓ, they are feeding the needy and the hungry. ਉਹ ਮੈਂ ਉਸ ਤੇ ਆਉਣਾ ਹੈ ਤੁਹਾਡੇ ਕੋਲ, ਉਹਦੇ ਬਾਰੇ ਵੀ ਮੈਂ ਸਵਾਲ ਪੁੱਛਣਾ। But I think your answer is that your question is ਕਿ ਮੇਰੇ ਹਿਸਾਬ ਨਾਲ ਕਿ ਕੋਈ ਵੀ ਸਰਕਾਰ ਹੋਗੀ ਪਹਿਲੇ ਆਪਣੇ ਸਿਟੀਜ਼ਨ ਨੂੰ ਦੇਖੇਗੀ, ਜਿਹੜੇ ਆਪਣੇ ਪਹਿਲੇ ਤੁਸੀਂ ਆਪਣੀ ਫੈਮਿਲੀ ਨੂੰ ਦੇਖਦੇ ਹੋ, ਉਹਦੇ ਬਾਅਦ ਤੁਸੀਂ ਪ੍ਰਾਹੁਣੇ ਨੂੰ ਦੇਖਦੇ ਹੋ। ਬਟ ਪਰ ਉਹਨਾਂ ਦਾ ਕਸੂਰ ਸਿਰਫ ਇੰਨਾ ਹੈ ਕਿ ਉਹਨਾਂ ਨੇ ਕਿਸੇ ਇਮੀਗ੍ਰੈਂਟ ਨਾਲ ਜਿਹੜਾ ਜਿਹਦੇ ਡਾਕੂਮੈਂਟ ਨਹੀਂ ਗੇ ਬਣੇ ਉਹਦੇ ਨਾਲ ਮੈਰਿਜ ਕਰਵਾ ਲਈ ਆ। ਸਿਟੀਜ਼ਨ ਤੇ ਹੈ ਹੀ ਆ। ਜੇ ਕਿਸੇ ਅਮਰੀਕਨ ਸਿਟੀਜ਼ਨ ਨੇ ਕਿਸੇ ਨੌਨ ਇਮੀਗ੍ਰੈਂਟ ਨਾਲ ਮੈਰਿਜ ਕਰਵਾਈ ਆ, ਜਿਹੜਾ ਇੱਥੇ ਅਜੇ ਜਿਹਦੇ ਡਾਕੂਮੈਂਟ ਨਹੀਂ ਗੇ ਬਣੇ, ਉਹਨਾਂ ਨੂੰ ਪੈਸੇ ਉਹ ਸਿਟੀਜ਼ਨ ਨੂੰ ਨਹੀਂ ਦਿੱਤੇ ਜਾ ਰਹੇ। ਇਹਦੀ ਤੁਸੀਂ ਆਵਾਜ਼ ਆਪਣੇ ਪਲੇਟਫਾਰਮ ਤੋਂ ਵੀ ਕਿਸੇ ਮੌਕੇ ਦੇ ਉੱਤੇ ਚੁੱਕ ਸਕਦੇ ਹੋ ਔਰ ਇਹਦੇ ਬਾਰੇ ਗੱਲ ਕਰਨੀ ਬੜੀ ਜ਼ਰੂਰੀ ਹੈ। ਬਿਲਕੁਲ ਜੀ, ਆਈ ਕੰਪਲੀਟਲੀ ਐਗਰੀ। ਦੇ ਆਰ ਇਨ ਦ ਕੰਟਰੀ, ਉਹਨਾਂ ਨੂੰ ਸੇਮ ਰਾਈਟਸ ਉਹਨਾਂ ਕੋਲ ਹੈਗੇ, and they are part of the American dream. So I agree with you that there should be at some platform a conversation about that. ਹਾਲਾਂਕਿ ਅਜੇ ਬਹੁਤ ਚੰਗਾ ਕੰਮ ਕੀਤਾ ਹੈ ਜਿਹੜਾ ਟਰੰਪ ਪ੍ਰਸ਼ਾਸਨ ਨੇ, ਜਿਹੜੇ H1B ਦੇ ਤੇ ਇਹ ਲੋਕ ਸੀਗੇ ਉਹਨਾਂ ਨੂੰ ਐਕਸਟੈਂਸ਼ਨ ਦਿੱਤੀ, ਉਹਦੀ ਐਕਸਟੈਂਸ਼ਨ ਦਿੱਤੀ। ਦੈਟ ਇਜ਼ ਅ ਗੁੱਡ ਸਟੈਪ। ਇਹਦੇ ਬਾਰੇ ਅਸੀਂ ਹੋਰ ਕੁਐਸਚਨ ਨੇ, ਇਹਨਾਂ ਦੇ ਬਾਰੇ ਪੁਨੀਤ ਜੀ ਨਾਲ ਸਾਡੀ ਗੱਲਬਾਤ ਜਾਰੀ ਰਹੇਗੀ ਕਿ ਇਹ ਹੁਣ ਨਵਾਂ ਟ੍ਰੈਂਡ ਜਿਹੜਾ ਆਉਣਾ ਆ ਉਸ ਦੇ ਨਾਲ ਜੇ ਚਾਈਨਾ ਤੋਂ ਗੱਲ ਸ਼ੁਰੂ ਕੀਤੀ ਆ ਤੇ ਚਾਈਨਾ ਦੇ ਉੱਤੇ ਇਸ ਤਰ੍ਹਾਂ ਨਾਲ ਜਿੰਨਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਬਲੇਮ ਕਰ ਰਹੇ ਨੇ, ਔਰ ਉਹ ਸਿਰਫ ਬਲੇਮ ਵਿਦਆਊਟ ਫੈਕਟਸ ਨਹੀਂ, ਕਾਫੀ ਸਾਰੇ ਉਹਦੇ ਕਾਰਨ ਨੇ ਚਾਈਨਾ ਦੇ ਉੱਤੇ ਇਹ ਗੱਲ ਕਹਿਣ ਵਾਸਤੇ ਕਿ ਚਾਈਨਾ ਦੇ ਵੁਹਾਨ ਤੋਂ ਨਿਕਲ ਕੇ ਬੀਜ਼ਿੰਗ ਦੇ ਵਿੱਚ ਨਹੀਂ ਗਿਆ ਉਹ ਵਾਇਰਸ, ਪਰ ਉਹ ਨਿਊਯਾਰਕ, ਇਟਲੀ ਤੇ ਸਪੇਨ ਦੇ ਵਿੱਚ ਚਲੇ ਗਿਆ। ਇਸ ਵੇਲੇ ਇੰਡੀਆ ਵੀ ਪੰਜਾਬ ਵੀ ਇਹਦੀ ਮਾਰ ਹੇਠ ਹੈ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਗੱਲਬਾਤ ਚੱਲ ਰਹੀ ਹੈ ਪੁਨੀਤ ਆਹਲੂਵਾਲੀਆ ਜੀ ਨਾਲ ਕਿ ਕਿਸ ਤਰ੍ਹਾਂ ਦੇ ਦ੍ਰਿਸ਼ ਹੋਣਗੇ, ਕਿਸ ਤਰ੍ਹਾਂ ਦੇ ਨਾਲ ਦੁਨੀਆ ਬਦਲੇਗੀ, ਕਿਸ ਤਰ੍ਹਾਂ ਦੇ ਕਾਰੋਬਾਰ ਦੇ ਉਹ ਸੈਗਮੈਂਟ ਬਦਲਣਗੇ, ਉਸ ਦੇ ਵਿੱਚ ਸਿੱਖ ਭਾਈਚਾਰੇ ਨੂੰ, ਇੰਡੀਅਨ ਭਾਈਚਾਰੇ ਨੂੰ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਪੁਨੀਤ ਜੀ, ਆਪਾਂ ਗੱਲਬਾਤ ਕਰ ਰਹੇ ਸੀ, ਬਹੁਤ ਸਾਰੀਆਂ ਆਪਾਂ ਪੱਖ ਛੋਹਣ ਦੀ ਕੋਸ਼ਿਸ਼ ਕੀਤੀ ਹੈ, ਪਰ ਮੇਰਾ ਇਸ ਵੇਲੇ ਜ਼ਿਆਦਾ ਫੋਕਸ ਹੈਗਾ ਕਿ ਦੋ ਚੀਜ਼ਾਂ ਮੈਨੂੰ ਲੱਗਦੀਆਂ ਪਈਆਂ ਨੇ। ਇਸ ਵੇਲੇ ਸਿੱਖਾਂ ਨੇ ਜਿੰਨੀ ਸੇਵਾ ਕਰਕੇ ਆਪਣਾ ਜਸ ਖਟਿਆ ਹੈ ਬਿਲਕੁਲ ਵਰਲਡ ਵਾਈਡ, ਇੱਕ ਤਾਂ ਉਹ, ਦੂਜਾ ਹੈਗਾ ਕਿ ਜੇ ਹੁਣ ਇਸ ਵੇਲੇ ਚਾਈਨਾ ਦੇ ਉੱਤੇ ਜਿੰਨੀ ਗੱਲ ਪ੍ਰੈਜ਼ੀਡੈਂਟ ਟਰੰਪ ਅਤੇ ਟਰੰਪ ਪ੍ਰਸ਼ਾਸਨ ਕਰ ਰਿਹਾ ਹੈ, ਜੇ ਉਹਨਾਂ ਦੇ ਨਾਲ ਜਿਹੜਾ ਕਿ ਬਾਰ-ਬਾਰ ਉਹਨਾਂ ਨੇ ਆਪਣੀਆਂ ਪ੍ਰੈਸ ਬਰੀਫਿੰਗਸ ਦੇ ਵਿੱਚ ਇਹ ਰੈਫਰੈਂਸ ਦਿੱਤਾ ਕਿ ਮੈਂ ਵੇਖੂੰਗਾ ਕਿ ਮੈਂ ਚਾਈਨਾ ਦੇ ਨਾਲ ਕਿਸ ਤਰ੍ਹਾਂ ਨਾਲ ਨਜਿੱਠਣਾ, ਹੋ ਸਕਦਾ ਹੈ ਟੈਰਿਫ ਇਨਕਰੀਜ਼ ਕਰ ਦੇਣ, ਹੋ ਸਕਦਾ ਹੈ ਕਿ ਹੋਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾ ਦੇਣ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਸਭ ਤੋਂ ਵੱਡਾ ਖੇਤਰ ਸੀਗਾ ਮੈਨੂਫੈਕਚਰਿੰਗ ਦਾ ਚਾਈਨਾ ਦੇ ਵਿੱਚ, ਜੇ ਇਹ ਸਾਰਾ ਦ੍ਰਿਸ਼ ਬਦਲਦਾ ਹੈ, ਬਹੁਤ ਸਾਰੀਆਂ ਕੰਪਨੀਆਂ ਉੱਥੋਂ ਬੰਦ ਹੋ ਕੇ ਬਾਹਰ ਨਿਕਲ ਰਹੀਆਂ ਨੇ, ਜਾਪਾਨ ਨੇ ਆਪਣੇ ਆਲਮੋਸਟ 50% ਯੂਨਿਟ ਬੰਦ ਕਰ ਦਿੱਤੇ ਨੇ, ਤੁਸੀਂ ਕਿਵੇਂ ਦੇਖਦੇ ਹੋ? ਇਹ ਬਹੁਤ ਵੱਡੀ ਅਪਰਚੁਨਿਟੀ ਨਹੀਂ ਹੈਗੀ ਇਸ ਵੇਲੇ ਇੰਡੀਆ ਦੇ ਕੋਲ ਕਿ ਉਹ ਇਹਦਾ ਫਾਇਦਾ ਉਠਾਵੇ, ਔਰ ਇਹਦੇ ਵਿੱਚ ਜਿਹੜੇ ਤੁਸੀਂ ਇੱਥੋਂ ਦੇ ਲੀਡਰਸ਼ਿਪ ਆ ਉਹ ਕੀ ਭੂਮਿਕਾ ਨਿਭਾ ਸਕਦੇ? ਟੂ ਥਿੰਗਸ ਭਾਜੀ, ਇੱਕ ਤਾਂ ਓਪਰਚੁਨਿਟੀ ਬਹੁਤ ਵਧੀਆ ਇੰਡੀਆ ਵਾਸਤੇ ਐਂਡ ਪੀਪਲ ਆਫ ਇੰਡੀਆ। ਪਹਿਲੀ ਚੀਜ਼ ਕਿ ਉੱਥੇ ਯੰਗ ਪਾਪੂਲੇਸ਼ਨ ਹੈ ਜਿਨ੍ਹਾਂ ਨੇ ਆਪਣੇ ਆਪ ਨੂੰ ਦੇ ਵਾਂਟ ਟੂ ਗਰੋ ਦੇਅਰ ਬਿਜ਼ਨੈਸਿਸ। ਬਟ ਫਰਸਟ ਥਿੰਗ ਇੰਪੋਰਟੈਂਟ ਹੈ ਕਿ ਇੰਡੀਆ ਆਰ ਦੇ ਰੈਡੀ ਟੂ ਰਿਸੀਵ ਦ ਬਿਜ਼ਨਸ ਆਲਸੋ, ਕਿਉਂਕਿ ਜਦੋਂ ਤੱਕ ਤੁਸੀਂ ਟੈਰਿਫ, ਇੰਟੈਲੈਕਚੁਅਲ ਪ੍ਰੋਪਰਟੀ and don't roll out the red carpet for investors, business people to move from China to India or South Asia as per se, because it will not happen. Because I believe
ਜਦੋਂ ਤੁਸੀਂ ਕਿ ਕਮਿਊਨਿਟੀ ਕੀ ਕਰ ਸਕਦੀ ਹੈ, ਅਸੀਂ ਜਿੰਨਾ ਵੀ ਟਰਾਈ ਕਰ ਲਈ ਆਪਣੇ ਕਾਂਗਰਸਮੈਨ ਜਾਂ ਆਪਣੇ ਸੈਨੇਟਰਸ ਨੂੰ ਬੋਲ ਕੇ ਵੀ ਸਟ੍ਰੀਮਲਾਈਨ ਦ ਰਿਲੇਸ਼ਨਸ਼ਿਪ, ਬਟ ਦ ਰਿਲੇਸ਼ਨਸ਼ਿਪ ਹੈਜ਼ ਟੂ ਕਮ ਫਰਮ ਇੰਡੀਆ, ਕਿਉਂਕਿ ਅਸੀਂ ਵੀ ਆਰ ਲੁਕਿੰਗ ਫॉर ਨਿਊ ਮਾਰਕੀਟ ਟੂ ਡਿਵੈਲਪ ਐਂਡ ਮੈਨੂਫੈਕਚਰ, that is clear. Vietnam, Korea, Bangladesh is looking also to see how they can compete in this market. So ਇਹ ਜਿਹੜਾ opportunity ਹੈ lose ਨਹੀਂ ਕਰਨੀ ਚਾਹੀਦੀ, but at the same time the house has to be in order to be able to receive the unions of India has to understand कि अगर a business आंदा है that they have a great opportunity to have sustainable business which made China, now it can make India. So there's a great opportunity for businessmen in India to learn to do ਜਿਹੜਾ business ਤੁਸੀਂ American think thought process ਨਾਲ ਕਰਦੇ ਹੋ, ਤੁਸੀਂ ਉਹਦੇ ਨਾਲ ਕਰੋ. Same thing with the government to give the incentives to the business people, and the unions and labor of India should also work with the business people so that they can really attract this business and make it ਉਹਨਾਂ ਵਾਸਤੇ ਇੱਕ ਲਾਲ ਕਾਰਪੇਟ ਵਿਛਾਓ ਵੀ ਆਓ ਤੁਸੀਂ ਸਾਡਾ ਬਿਜ਼ਨਸ ਕਰੋ. and ਤੁਸੀਂ ਇੱਕ ਹੋਰ ਇੰਪੋਰਟੈਂਟ ਚੀਜ਼ ਕਰੀ ਹੈ ਜਿਹੜੇ ਸਾਡੇ ਸਿੱਖਾਂ ਨੇ they have contributed, but there are so many nameless Sikhs who have done so much. ਤੁਹਾਡੇ ਪ੍ਰੋਗਰਾਮ 'ਚ ਜੱਸੀ ਸਿੰਘ ਆਏ ਸੀ, ਖਾਲਸਾ ਵੀਰ ਜੀ ਜਿਹੜੇ ਹੈਗੇ ਇਹ ਆਪਣੇ ਤਰੀਕੇ ਨਾਲ ਮਾਸਕ ਬਣਾ ਰਹੇ, taking care of patients, elderly people. There's so many people who are doing so many good. मेरी पिछले कल दी गाल है कि there are a lot of doctors from India ਜਿਹੜੇ ਪੈਸੇ ਇਕੱਠੇ ਕਰਕੇ businesses ਨੂੰ ਦੇਣਾ ਚਾਹੁੰਦੇ ਔਰ help ਕਰਨਾ ਚਾਹੁੰਦੇ ਹੈਗੇ. So there are a lot of initiatives being taken by a lot of people, including myself, we are doing, but we don't say it because it's more important. But another important, you said, कि the Sikh people, we Sikh Americans have to rise. And that is very important. And I know, I don't want to keep talking, but I'd rather give you the opportunity. ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਕਈ ਇੰਡੀਵਿਜੂਅਲ ਨੇ ਜਿਨ੍ਹਾਂ ਨੇ ਸੇਵਾ ਕੀਤੀ ਹੈ ਤੇ ਬਹੁਤ ਵੱਡੇ ਪੱਧਰ ਤੇ ਉਹਨਾਂ ਨੇ ਗੱਲ ਨਹੀਂ ਕੀਤੀ. ਛੋਟੀਆਂ ਸੰਸਥਾਵਾਂ ਨੇ ਜਿਹੜੀਆਂ ਲਗਾਤਾਰ ਸੇਵਾ ਕਰ ਰਹੀਆਂ ਨੇ ਪਰ ਉਹ ਉਹਨਾਂ ਦਾ ਜ਼ਿਕਰ ਨਹੀਂ ਕਰਦੇ. ਯੂਨਾਈਟਿਡ ਸਿਕਸ ਹੋ ਗਏ, ਬਾਕੀ ਇਹ ਜਿਹੜੇ ਇਸ ਵੇਲੇ ਫੀਲਡ ਦੇ ਵਿੱਚ ਕੰਮ ਕਰ ਰਹੇ ਨੇ ਉਹਨਾਂ ਦਾ ਕਰਕੇ ਟਰੰਪ ਪ੍ਰਸ਼ਾਸਨ ਨੂੰ ਵੀ ਉਹਨਾਂ ਦੀ ਤਾਰੀਫ ਕਰਨੀ ਪਈ ਹੈ, ਨੋ ਡਾਊਟ ਅਬਾਊਟ ਇਟ. ਬਟ ਸਟਿਲ ਜਿਹੜੀ ਸਾਡੀ ਕਮਜ਼ੋਰੀ ਇਸ ਵੇਲੇ ਉਹ ਲੱਗਦੀ ਪਈ ਆ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਕਰੋਨਾ ਵਾਇਰਸ ਦੇ ਟਾਈਮ ਦੇ ਉੱਤੇ ਬਦਲਦੀ ਹੋਈ ਦੁਨੀਆ ਦੇ ਨਾਲ ਸਾਨੂੰ ਚੱਲਣ ਲਈ ਹੋਰ ਕਿਹੜੇ ਉਹ ਸਟੈਪ ਨੇ ਜਿਹੜੇ ਲੈਣੇ ਪੈਣੇ ਨੇ. ਤੁਸੀਂ ਆਪਣੇ ਪਹਿਲੇ ਸੈਗਮੈਂਟ ਦੇ ਵਿੱਚ ਗੱਲ ਕੀਤੀ ਸੀਗੀ ਪੰਜਾਬ ਦੇ ਚੀਫ ਮਿਨਿਸਟਰ ਬਾਰੇ. ਪੰਜਾਬ ਦੇ ਚੀਫ ਮਿਨਿਸਟਰ ਨੇ ਇਹ ਜ਼ਰੂਰ ਕੀਤਾ ਹੈ ਕਿ ਉਹਨਾਂ ਨੇ ਟਾਈਮ ਨਾਲ ਕਰਫਿਊ ਲਾਤਾ, ਪਰ ਬਹੁਤ ਸਾਰੇ ਹੁਣ ਕੰਪਲੇਂਟਸ ਆਈਆਂ ਨੇ ਕਿ ਉਹ ਬਾਹਰ ਹੀ ਨਹੀਂ ਨਿਕਲ ਰਿਹਾ, ਉੱਥੋਂ ਬੈਠੇ ਹੀ ਉਹ ਛੋਟਾ ਮੋਟਾ ਕਰੀ ਜਾ ਰਹੇ ਨੇ, ਜਦੋਂ ਕਿ ਕਈ ਲੀਡਰ ਜਿਹੜੇ ਨੇ ਉਹ ਫੀਲਡ ਦੇ ਵਿੱਚ ਨੇ. ਕੀ ਪੰਜਾਬ ਦੀ ਜਿਹੜੀ ਇਸ ਵੇਲੇ ਗਵਰਨਮੈਂਟ ਹੈਗੀ ਆ ਉਹਨਾਂ ਦਾ ਇਹ ਕੰਮ ਨਹੀਂ ਹੈਗਾ ਕਿ ਉਹ ਇੱਥੋਂ ਦੀ ਜਿਹੜੀ ਲੀਡਰਸ਼ਿਪ ਹੈਗੀ ਆ ਉਹਨਾਂ ਨੂੰ ਕੰਟੈਕਟ ਕਰਨ ਅਤੇ ਇਹਦੇ ਤੋਂ ਵੱਧ ਫਾਇਦਾ ਉਠਾਉਣ? ਇਹ ਬੜੀ ਵੱਡੀ ਕਮਜ਼ੋਰੀ ਆ. ਬਾਏ ਪਾਰਟੀਜ਼ਨ ਆਪਾਂ ਗੱਲ ਕਰੀਏ ਤੇ ਬਿਲਕੁਲ ਜੇ ਇਸ ਵੇਲੇ ਯੂਪੀ ਦੇ ਵਿੱਚ ਉੱਥੋਂ ਦਾ ਚੀਫ ਮਿਨਿਸਟਰ ਯੋਗੀ ਇਹ ਗੱਲ ਕਰ ਸਕਦਾ ਹੈ ਕਿ ਸਾਡੇ ਕੋਲ ਅਪਰਚੁਨਿਟੀ ਹੈਗੀ, ਅਸੀਂ ਆਹ ਚੀਜ਼ਾਂ ਤੁਹਾਨੂੰ ਦਿੰਦੇ ਹਾਂ, ਵਾਈ ਨਾਟ ਪੰਜਾਬ ਗੌਰਮੈਂਟ? ਇਹ ਮੌਕਾ ਸਾਡੇ ਕੋਲ ਸਭ ਤੋਂ ਵਧੀਆ ਹੈਗਾ ਸੀ, ਸੇਵਾ ਕਰ ਲਈ, ਹੁਣ ਅੱਗੇ ਚੱਲੀਏ ਕਿ ਕਿਹੜੇ ਕੰਮ ਕਰਨੇ ਨੇ. ਮੇਰਾ ਸਵਾਲ ਤੁਹਾਨੂੰ ਆ ਕਿ ਕਿਉਂ ਇਸ ਵੇਲੇ ਟਰੰਪ ਪ੍ਰਸ਼ਾਸਨ ਦੇ ਵਿੱਚ ਵੀ ਸਿੱਖ ਚਿਹਰੇ ਜਿਹੜੇ ਨੇ ਉਹ ਕਿਸੇ ਰੂਪ ਦੇ ਵਿੱਚ ਵੀ ਨਹੀਂ ਆ ਰਹੇ? ਜੇ ਉਹਨਾਂ ਦੇ ਵਿੱਚ ਹਿੰਦੂ ਫੇਸ ਆ ਜਾਂਦੇ ਫਿਰ ਉਹਨਾਂ ਨੂੰ ਕਹਿੰਦੇ ਜੀ RSS ਨੇ ਕਰਤੇ, BJP ਨੇ ਕਰ ਦਿੱਤੇ, ਤੁਸੀਂ ਉਹ ਜਸਦੀਪ ਪੁਰੀ ਨੇ, ਫਿਰ ਖਾਲਸਾ ਜੀ ਨੇ, ਕੈਲੀਫੋਰਨੀਆ ਦੇ ਵਿੱਚ ਸਾਡੇ ਲੋਕਾਂ ਨੇ ਰਿਪਬਲਿਕਨ ਪਾਰਟੀ ਲਈ ਬਹੁਤ ਕੰਮ ਕੀਤਾ ਹੈ. ਸੋ ਹਾਊ ਯੂ ਸੀ ਦਿਸ? ਵੈਰੀ ਗੁੱਡ ਭਾਜੀ. ਸਾਡੇ ਨਾ ਸਿੱਖਾਂ ਆਫਟਰ ਮਹਾਰਾਜਾ ਰਣਜੀਤ ਸਿੰਘ ਸਾਡੀ ਸਿੱਖਾਂ ਦੀ ਕਦੀ ਇੱਕ ਯੂਨਿਟੀ ਨਹੀਂ ਸੀ. ਉਹ ਯੂਨਿਟੀ ਹੋਣੀ ਬਹੁਤ ਜ਼ਰੂਰੀ ਹੈ ਕਿ ਦ ਇੰਟਲੈਕਚੁਅਲ ਬਿਜ਼ਨਸ ਪੋਲੀਟੀਕਲੀ ਅਸਟੂਟ ਪੀਪਲ have to come together on one platform. ਉਹ ਪਲੇਟਫਾਰਮ ਹੈਗਾ ਕਿ ਇਟ ਡਜ਼ਨਟ ਮੈਟਰ ਕਿ ਵੀ ਤੈਨੂੰ ਕੀ ਚਾਹੀਦਾ, ਮੈਨੂੰ ਕੀ ਚਾਹੀਦਾ, ਵੀ ਸਿੱਖ ਕੌਮ ਨੂੰ ਕੀ ਚਾਹੀਦਾ. ਔਰ ਇਹ ਵੀ ਅਸੀਂ ਕਹਿ ਸਕਦੇ ਵੀ ਤੂੰ ਜੋ ਲੈਣਾ ਲੈ ਲੈ, ਕੋਈ ਵੱਡੀ ਗੱਲ ਨਹੀਂ ਹੈਗੀ, ਕਿਉਂਕਿ ਲੈਟ ਅਸ ਹੈਲਪ ਯੂ ਗੈਟ ਦੇਅਰ. ਪ੍ਰੋਬਲਮ ਹੈ ਅਸੀਂ ਕਦੀ ਇੱਕ ਜੁੱਟ ਹੋ ਕੇ ਕਦੀ ਕੰਮ ਨਹੀਂ ਕਰਦੇ. ਸਾਨੂੰ ਹੈਗਾ ਉਹ ਕਿਉਂ ਉੱਥੇ ਚੜ ਗਿਆ, ਉਹਦਾ ਕਿਉਂ ਹੋ ਗਿਆ. ਵੀ ਹੁਣ ਜਿਹਨੇ 20 ਸਾਲ ਲਾਏ ਹੈਗੇ ਆਪਣੀ ਪੋਲੀਟੀਕਲ ਪ੍ਰੋਸੈਸ 'ਚ, ਲੁੱਕ ਐਟ ਮੀ, ਮੈਨੂੰ 20 ਸਾਲ ਹੋ ਗਏ ਰਿਪਬਲਿਕਨ ਪਾਰਟੀ ਦੇ, ਬੀਇੰਗ ਅ ਗੁੱਡ ਸੋਲਜਰ. ਐਂਡ ਟਮੋਰੋ ਗੋਡ ਨੋਜ਼ ਵਾਟ ਜੋ ਰੱਬ ਮੈਨੂੰ ਅਕਲ ਦੇ ਜਾਂ ਵਿਜ਼ਡਮ ਦੇ, ਐਂਡ ਵਿਜ਼ਡਮ ਨਾਲ ਡਾਇਰੈਕਸ਼ਨ ਦੇ, so I can make a difference for the people. And I'll tell you when I felt that loss. During this crisis, two things happened, very important in my life, which I'll share with you today. The killing and massacre of Sikhs in Kabul during the COVID crisis. And second, another Baloch
journalist who was killed in Sweden. Yeah. So the rogue regime and the terrorists were doing their work. And we Sikhs or we minorities were not able to come onto one platform to even demand some things. In State Department, in the Religious Freedom conference call with 200 people, I said, what are we doing for our Sikh community in Kabul? And I was told that the ambassador is looking into their safety and making sure the NSA, National Security Advisor, which is Mohib, is a friend of Afghanistan, is making sure they're protected. And then we also demanded from my South Asia Minority Alliance, Yes. the journalist whose dead body was found day before yesterday, tragically. ਸੋ ਪ੍ਰੋਬਲਮ ਹੈਗੀ ਕਿ ਅਸੀਂ ਸਾਰੇ ਖੜੇ ਤੇ ਹੋ ਜਾਂਦੇ ਪਰ ਸਾਡੀ ਕਮਿਊਨਿਟੀ ਨਾਲ ਨਹੀਂ ਆਉਂਦੀ ਹੈਗੀ ਹੁਣ ਕੱਲ ਨੂੰ ਕਹੇ ਕਿ ਪੁਨੀਤ ਆਲੋਵਾਲੀਆ ਤੂੰ ਚੜ ਜਾ ਆਈ ਐਮ ਰੈਡੀ ਟੂ ਗੋ ਇਨਟੂ ਪੋਲੀਟੀਕਲ ਫੀਲਡ ਆਈ ਐਮ ਵਿਲਿੰਗ ਟੂ ਐਂਟਰ ਦ ਫੀਲਡ ਪਰ ਮੈਨੂੰ ਹੈਗਾ ਕਿ ਮੇਰੇ ਜਿਹੜੇ 500,000 ਸਿੱਖ ਹੈਗੇ ਤੁਸੀਂ ਮੇਰੇ ਨਾਲ ਖੜੇ ਤੇ ਹੈਗੇ ਹੋ And the fact is, I know that I have support from a lot of people from my Sikh community, but I just don't want one. I need all of them together to make it into one voice. ਕਿ ਕੱਲ ਨੂੰ ਅਸੀਂ ਬਈ ਕਿ ਜਿਹੜੇ ਇਹ ਸਾਰੇ ਕਾਬਲੀ ਸਿੱਖ ਹੈਗੇ ਵੀ ਤੁਸੀਂ ਇਹਨਾਂ ਨੂੰ ਅਸਾਈਲਮ ਦਿਓ ਯੂਨਾਈਟਿਡ ਸਟੇਟਸ 'ਚ ਅਸੀਂ ਉਹਨਾਂ ਨੂੰ ਹੈਲਪ ਕਰਾਂਗੇ ਵੀ that is what is needed. ਤੁਸੀਂ ਹੁਣ Facebook ਤੇ WhatsApp ਤੇ ਤੁਸੀਂ ਇੱਥੇ ਕਰਕੇ you cannot be faceless warriors on WhatsApp or social media. Be to make your wajood in any political party in a foreign country, it takes a lot of time and a lot of energy and a lot of resources. And you can't do this alone. And that's the thing. And I think we should do it. It's time that leaders from our community who are Sikh, who are proud of their heritage, should come out and take a stand. Dalip Singh Sawan Sahab ne kita si inne saal pehle. When it's time for another person to come out and do this. ਤੁਸੀਂ ਜਿਹੜੇ ਕਾਬਲ ਦੇ ਵਿੱਚ ਮਾਰੇ ਗਏ ਸਿੱਖਾਂ ਲਈ ਬਿਲਕੁਲ ਬੜੀ ਵੱਡੀ ਦੁਖਦਾਇਕ ਘਟਨਾ ਸੀਗੀ ਇਹ ਕਾਫੀ ਲੈਵਲ ਤੇ ਇਹ ਗੱਲ ਉੱਠੀ ਤੁਸੀਂ ਵੀ ਆਪਣੇ ਤੌਰ ਤੇ ਕੋਸ਼ਿਸ਼ ਕੀਤੀ ਬਾਕੀ ਸਾਰੀ ਲੀਡਰਸ਼ਿਪ ਜਿਹੜੀ ਸੀ ਉਹਨਾਂ ਨੇ ਗੱਲ ਕੀਤੀ ਤੁਸੀਂ ਗੱਲ ਛੇੜੀ ਹੈ ਤੇ ਮੈਂ ਇਹਦਾ ਅਗਲਾ ਥੋੜਾ ਜਿਹਾ ਦੱਸ ਦਿੰਦਾ ਕਿ ਆਪਣੇ ਦਰਸ਼ਕਾਂ ਨੂੰ ਵੀ ਦੱਸ ਦਈਏ 26 ਆਰਗੇਨਾਈਜੇਸ਼ਨਸ ਨੇ ਅਮਰੀਕਾ ਦੇ ਵਿੱਚ ਇਕੱਠਿਆਂ ਹੋ ਕੇ ਇੱਕ ਰਿਕੁਐਸਟ ਭੇਜੀ ਆ US ਕੈਪੀਟਲ ਤੇ ਲੀਡਰਸ਼ਿਪ ਨੂੰ ਤੁਹਾਨੂੰ ਵੀ ਉਹਦੇ ਬਾਰੇ ਪਤਾ ਹੈ ਵੀ ਆਲਰੇਡੀ ਟਾਕ ਔਰ ਉਹਦੇ ਵਿੱਚ ਕੁਝ ਸੰਸਥਾਵਾਂ ਨੇ ਸਾਨੂੰ ਵੀ ਅਪਰੋਚ ਕੀਤਾ ਔਰ ਉਸ ਲੈਵਲ ਤੇ ਹੀ ਇੰਡੀਅਨ ਐਮਬੈਸੀ ਵੱਲੋਂ ਵੀ ਇਹ ਮੈਸੇਜ ਭਿਜਵਾਇਆ ਗਿਆ ਉੱਥੋਂ ਦੀ ਇੰਡੀਅਨ ਗਵਰਨਮੈਂਟ ਨੂੰ ਕਿ ਕਿਸ ਤਰ੍ਹਾਂ ਨਾਲ ਅਮਰੀਕਾ ਦੇ ਸਿੱਖ ਭਾਈਚਾਰਾ ਕੀ ਸੋਚਦਾ ਹੈ ਔਰ ਇੱਥੇ ਵੀ ਪ੍ਰੈਸ਼ਰ ਜਿਹੜਾ ਆ ਉਹ ਬਿਲਡ ਕੀਤਾ ਜਾ ਰਿਹਾ ਹੈ ਵੱਖ-ਵੱਖ ਸੰਸਥਾਵਾਂ ਵੱਲੋਂ ਕਿ ਅਮਰੀਕਨ ਗਵਰਨਮੈਂਟ ਜਿਹੜੀ ਆ ਉਹ ਉਹਨਾਂ ਲੋਕਾਂ ਨੂੰ ਇੱਥੇ ਲਿਆ ਕੇ ਵਸਾਵੇ ਤੇ ਕੈਨੇਡਾ ਦੇ ਵਿੱਚ ਵੀ ਜਿਹੜੇ ਸਿੱਖ ਲੀਡਰਸ਼ਿਪ ਆ ਉਹ ਇਹਦੇ ਤੇ ਕੰਮ ਕਰ ਰਹੀ ਹੈ ਮੈਂ ਵਾਪਸ ਉਸ ਗੱਲ ਤੇ ਜਾਣਾ ਚਾਹੁੰਦਾ ਪੁਨੀਤ ਜੀ ਕਿ ਜਿਹੜਾ ਇਸ ਵੇਲੇ ਆਪਰਚੁਨਿਟੀ ਆ ਤੁਸੀਂ ਕਿਵੇਂ ਦੇਖਦੇ ਹੋ ਕਿ ਇੱਕ ਕਿਸ ਤਰ੍ਹਾਂ ਦਾ ਪਲੇਟਫਾਰਮ ਜਿਹੜਾ ਆ ਟ੍ਰੇਡ ਇੰਡੀਆ ਦੇ ਨਾਲ ਪਹਿਲਾਂ ਸੀਗਾ ਇਸ ਵੇਲੇ ਜਿਹੜੇ ਅੰਬੈਸਡਰ ਨੇ ਉਹ ਸਿੱਖ ਨੇ ਐਂਡ ਜਿੰਨਾ ਕੁ ਟਾਈਮ ਉਹਨਾਂ ਨੇ ਇੱਥੇ ਬਤਾਇਆ ਹੈ ਪਹਿਲਾਂ ਚੰਗੇ ਕਨੈਕਸ਼ਨ ਨੇ ਜਿਸ ਤਰ੍ਹਾਂ ਨਾਲ ਕਰੋਨਾ ਦੇ ਇਸ COVID-19 ਦੇ ਵਿੱਚ ਅੰਬੈਸੀ ਨੇ ਭੂਮਿਕਾ ਨਿਭਾਈ ਹੈ ਮੇਰੇ ਖਿਆਲ 'ਚ ਇੰਨੀ ਐਗਰੈਸਿਵਲੀ ਜਿਸ ਤਰ੍ਹਾਂ ਨਾਲ ਸਟੂਡੈਂਟਸ ਨੂੰ ਲੋਕਾਂ ਨੂੰ ਹੋਟਲਸ ਦੇ ਵਿੱਚ ਬਾਕੀ ਸਾਰਾ ਕੁਝ ਕੀਤਾ ਹੈ ਤੁਸੀਂ ਕਿਵੇਂ ਦੇਖਦੇ ਹੋ ਕਿ ਕੋਈ ਪਲੇਟਫਾਰਮ ਨਹੀਂ ਬਣਨਾ ਚਾਹੀਦਾ ਜਿਹਦੇ ਤੇ ਇਹ ਗੱਲ ਬੁਲੰਦ ਕੀਤੀ ਜਾ ਸਕੇ ਕਿ ਜਿਹੜਾ ਹਲੂਣਾ ਦਿੱਤਾ ਜਾ ਸਕੇ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਚਾਹੇ ਉੱਥੋਂ ਦੀ ਆਪੋਜੀਸ਼ਨ ਪਾਰਟੀ ਆ ਆਮ ਆਦਮੀ ਪਾਰਟੀ ਆ ਅਕਾਲੀ ਦਲ ਆ ਪੰਜਾਬ ਦੇ ਵਿੱਚ ਉੱਥੋਂ ਦੀ ਗਵਰਨਮੈਂਟ ਹੈਗੀ ਆ ਔਰ ਉਹਨਾਂ ਨੂੰ ਸੁੱਤਿਆਂ ਨੂੰ ਜਗਾਉਣ ਲਈ ਤੁਸੀਂ ਆਪਣੇ ਤੌਰ ਤੇ ਕੀ ਕਰੋਗੇ ਜਾਂ ਤੁਹਾਡਾ ਕੀ ਸੁਨੇਹਾ ਆ ਸਾਡੇ ਦਰਸ਼ਕਾਂ ਨੂੰ ਪਹਿਲੀ ਚੀਜ਼ ਆਈ ਹੈਵ ਟੂ ਜਿਹੜੇ ਤਰਨਜੀਤ ਵੀਰ ਜੀ ਹੈਗੇ ਉਹਨਾਂ ਦਾ ਐਕਸਪੀਰੀਅੰਸ ਅਮਰੀਕਾ 'ਚ ਕਾਫੀ ਦੇਰ ਦਾ ਹੈਗਾ ਨਾਓ ਆਈ ਐਮ ਗਲੈਡ ਐ ਸੈਂਸਿਟਿਵ ਟਾਈਮ 'ਚ he's come to United States and I think they could not have found a better ambassador and proud that he's a Sardar and a Sikh. He's very astute, he's very well rounded, he understands America's politics very well. ਮੇਰੀ ਜਿਹੜੀ ਹੈਗੀ ਹੈ ਕਿ ਇਹ ਜਿਹੜੀ ਤੁਸੀਂ ਇੱਕ ਹੋਰ ਚੀਜ਼ ਕਹੀ ਕਿ ਹੈ 26 ਆਰਗੇਨਾਈਜੇਸ਼ਨ ਨੇ ਕੀਤੀ ਹੈ ਪ੍ਰੋਬਲਮ ਹੈਗੀ ਭਾਜੀ ਕਿ ਐਡਵੋਕੇਸੀ ਇਜ਼ ਆਲ ਗੁੱਡ ਬਟ ਇਨ ਵਾਸ਼ਿੰਗਟਨ the fight is done through dollars and cents. There is no lobbying, there is no, you see, participation. ਹੁਣ ਤੁਸੀਂ ਗੱਲ ਕਹੀ ਕਿ ਤੁਸੀਂ ਇੱਕ ਪਲੇਟਫਾਰਮ ਜਿਹਦੇ 'ਚ ਅਸੀਂ ਆਵਾਜ਼ ਬੁਲੰਦ ਕਰੀਏ I will tell you that in coming month or so, most likely in June, you will hear a news. You will hear first on PTC Thank you. what is going to be coming, a platform
ਜਿਹਦੇ 'ਚ my goal is to unite all the Sikh community, the Sikh leaders, to really play a very strong role in the upcoming election, especially on the Republican side, because I'm a proud Republican. Now it is up to the Sikh community and all the minorities communities to come and unite together and be counted. ਮੈਂ ਪੰਜਾਬੀ 'ਚ ਮੈਂ ਇੰਗਲਿਸ਼ 'ਚ ਆ ਜਾਣਾ, I'm sorry, ਮੈਂ ਚਾਹੁੰਦਾ ਕਿ ਸਾਰੇ ਉਹਦੇ 'ਚ ਰੱਜ ਕੇ ਵੱਜ ਕੇ ਜ਼ੋਰਾਂ ਨਾਲ ਆ ਕੇ ਸ਼ੋਰ ਮਚਾ ਕੇ ਕਹੇ ਜੀ ਅਸੀਂ ਖੜੇ ਹਾਂ ਐਂਡ ਵੀ ਵਾਂਟ ਟੂ ਬੀ ਕਾਊਂਟਡ। ਕਿ ਜਦੋਂ ਤੱਕ ਤੁਹਾਡੀ ਉਹ ਕਹਿੰਦੇ ਨਾ, ਜਦੋਂ ਤੱਕ ਤੁਹਾਡੇ ਮਸਲ ਨਹੀਂ ਦੇਖेंगे, ਤੁਹਾਡੇ $1 ਤੋਂ $100 ਦੀ ਕੰਟਰੀਬਿਊਸ਼ਨ ਨਹੀਂ ਦੇਖेंगे, ਉਹ ਕੰਮ ਨਹੀਂ ਚੱਲਣਾ। ਕਿਉਂਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਪੋਲਿਟਿਕਸ ਜਸਟ ਲਾਈਕ ਬਿਜ਼ਨਸ ਇਜ਼ ਰਨ ਥਰੂ experience, understanding, and financial resources. That is how it is done. And advocacy is good. As sare time, my request is it's time to come out of the advocacy, out of the gurdwaras, but enter in the political arena. ਕਿ ਕੱਲ ਨੂੰ ਕੋਈ ਸਿੱਖਾਂ ਨੂੰ ਹੱਥ ਵੀ ਲਾਉਂਦਾ ਨਾ, ਉਹ ਦੋ ਵਾਰੀ ਸੋਚੇ ਯਾਰ ਇਹਨਾਂ ਨੇ ਸਾਨੂੰ ਪੱਟ ਕੇ ਰੱਖ ਦੇਣਾ। ਤੁਸੀਂ ਦੇਖੋ ਅਗਰ ਕੋਈ US ਪਾਸਪੋਰਟ ਵਾਲੇ ਨੂੰ, ਕੋਈ US ਵਾਲੇ ਨੂੰ ਕੋਈ ਛੇੜਦਾ ਹੈਗਾ, the US government goes after them like bulldogs, just like Osama bin Laden, Baghdadi, ਉਹਨਾਂ ਨੇ ਸਭ ਨੂੰ ਚੱਕ ਕੇ ਬਾਹਰ ਮਾਰਿਆ। ਸਾਡੀ ਸਿੱਖ ਕਮਿਊਨਿਟੀ ਨੂੰ ਇੰਨੀ ਲੋਕਾਂ ਨੂੰ ਹੋਣਾ ਚਾਹੀਦਾ ਕਿ ਸਿੱਖਾਂ ਨੂੰ ਹੱਥ ਲਾਉਣ ਤੋਂ ਪਹਿਲੇ ਬੰਦਾ ਦੋ ਵਾਰੀ ਸੋਚੇ ਯਾਰ ਇਹਦੀ ਪੱਗ ਨੂੰ ਹੱਥ ਲਾਵਾਂ ਜਾਂ ਇਸ ਸਿੱਖਾਂ ਨੂੰ ਹੱਥ ਲਾਵਾਂ, ਕਿ ਪੂਰੇ ਜਿਹੜੇ ਪੂਰੇ ਵਰਲਡ ਦੇ ਸਰਦਾਰ ਮੇਰੇ ਪਿੱਛੇ ਪੈ ਜਾਣੇ ਹੈਗੇ। That is what we need to do with our community, and I'm very passionate about that, Paji. And in the coming months on your show, I promise you, you're my elder brother, you will see it and we'll do it. ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਹਾਡਾ ਬਹੁਤ ਬਹੁਤ Thank you, Paji. ਧੰਨਵਾਦ।